बोले सोने हाल सासवी अकाल। खट लख जाना अनमोल बंदिया, सतनाम वाहे गुरु बोल बंदिया। खट लख जाना अनमोल बंदिया, सतनाम वाहे गुरु बोल बंदिया। बैठा है जो अंदर ओनू बाहर लभी जाता है। कौटियां दबाए सवास कटी जाता है, बैठा है जो अंदर ओनू बाहर लभी जाता है। हीरे दे जियो सनू है तोल बंदिया, सतना
ਬੋਲ ਬੰਦਿਆ ਸਤਿਨਾਮ ਵਾਹਿਗੁਰੂ ਬੋਲ ਬੰਦਿਆ ਸਤਿਨਾਮ ਵਾਹਿਗੁਰੂ ਬੋਲ ਬੰਦਿਆ ਦੁਨੀਆ ਦੇ ਉੱਤੇ ਚੰਗੇ ਕਰਮ ਕਮਾ ਲੈ ਤੂੰ ਜੋੜ ਕੇ ਤੇ ਮਨ ਸੱਚੇ ਰੱਬ ਨੂੰ ਧਿਆਲੇ ਤੂੰ ਦੁਨੀਆ ਦੇ ਉੱਤੇ ਚੰਗੇ ਕਰਮ ਕਮਾ ਲੈ ਤੂੰ ਜੋੜ ਕੇ ਤੇ ਮਨ ਸੱਚੇ ਰੱਬ ਨੂੰ ਧਿਆਲੇ ਤੂੰ ਮੰਨਦੀ ਹੈ ਉਸ ਹੱਥ ਡੋਲ ਬੰਦਿਆ ਸਤਿਨਾਮ ਵਾਹਿਗੁਰੂ ਬੋਲ ਬੰਦਿਆ ਸਤਿਨਾਮ ਵਾਹਿਗੁਰੂ ਬੋਲ ਬੰਦਿਆ ਖੱਟ ਰੱਖ ਜਾਨਾ ਅਨਮੋਲ ਬੰਦਿਆ ਸਤਿਨਾਮ ਵਾਹਿਗੁਰੂ ਬੋਲ ਬੰਦਿਆ ਸਤਿਨਾਮ ਵਾਹਿਗੁਰੂ ਬੋਲ ਬੰਦਿਆ ਵਾਹਿਗੁਰੂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਘੀ ਗੋਦ ਵਿੱਚ ਹੰਸਾਂ ਦੀ ਨਿਆਈ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਸਮਾਂ ਬੜਾ ਸੀਮਤ ਜਿਹਾ ਹੈ ਆਓ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਝੁਕਾਈਏ ਹਾਜ਼ਰੀ ਲਵਾਓ ਦੋ ਵਾਰੀ ਵਾਹਿਗੁਰੂ ਸ਼ਬਦ ਕਹਿਣ ਦੇ ਨਾਲ ਆਪਣੀ ਰਸਨਾ ਪਵਿੱਤਰ ਹੋ ਜਾਂਦੀ ਹੈ ਕਿਉਂਕਿ ਇਹ ਵਾਹਿਗੁਰੂ ਸ਼ਬਦ ਆਪਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿੱਤਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੈ ਖੋਈ ਵਾਹਿਗੁਰੂ ਦਾ ਜਾਪ ਕਰਨ ਦੇ ਨਾਲ ਸਾਡੇ ਅੰਦਰੋਂ ਹੰਕਾਰ ਈਰਖਾ ਦਵੈਤ ਮਿਟ ਜਾਂਦੀ ਇਹਦਾ ਨਾਸ਼ ਹੋ ਜਾਂਦਾ ਹੈ ਆਪ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਓ ਦਾਸ ਦੇ ਜਥੇ ਨਾਲ ਗੁਰਫਤਿਹ ਦੀ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਸਤਿਕਾਰਯੋਗ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਸਾਧਾਂ ਵਾਲੇ ਕਹਿੰਦੇ ਆ ਉਹਨਾਂ ਦੇ ਉਦਮ ਉਪਰਾਲਾ ਔਰ ਤੁਸੀਂ ਸਮੁੱਚੀ ਸਾਧ ਸੰਗਤ ਦੇ ਸੰਯੋਗ ਨਾਲ ਇਹ 20ਵਾਂ ਗੁਰਮਤਿ ਮਹਾਨ ਸਮਾਗਮ ਬੜੀ ਉਤਸ਼ਾਹ ਦੇ ਨਾਲ ਮਨਾ ਰਹੇ ਹੋ ਆਪਣੇ ਵੱਡ ਵਡੇਰਿਆਂ ਨੂੰ ਸ਼ਹੀਦਾਂ ਨੂੰ ਯਾਦ ਕਰ ਰਹੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਔਰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸਮੁੱਚੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਆਪ ਆਪਣੀਆਂ ਇਸ ਜੀਵਨ ਘੜੀਆਂ ਨੂੰ ਸਫਲਿਆਂ ਕਰ ਰਹੇ ਹੋ ਸਮਾਂ ਬੜਾ ਸੀਮਤ ਜਿਹਾ ਹੈ ਮੈਂ ਆਪਣੇ ਸਮੇਂ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਬੜੀ ਪਿਆਰੀ ਘਟਨਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਆਪ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸੱਜ ਬੈਠੇ ਹੋ ਮੇਰੇ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਤੁਹਾਡੇ ਨਾਲ ਵਿਚਾਰਾਂ ਕੀਤੀਆਂ ਉਹ ਵੀ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਕੇ ਗਏ ਨੇ ਮੇਰੇ ਤੋਂ ਬਾਅਦ ਮੇਰੇ ਤੋਂ ਪਹਿਲਾਂ ਕਵੀਸ਼ਰੀ ਜਥੇ ਨੇ ਵੀ ਆਪ ਜੀ ਦੇ ਨਾਲ
ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਕੁਝ ਕੁ ਇਤਿਹਾਸ ਦੇ ਪੰਨੇ ਸਾਂਝੇ ਕੀਤੇ ਨੇ। ਸਾਨੂੰ ਵੀ ਜਿਹੜਾ ਹੁਕਮ ਹੋਇਆ ਹੈ ਅਸੀਂ ਵੀ ਉਸ ਹੁਕਮ ਦੀ ਪਾਲਣਾ ਕਰਦੇ ਹਾਂ। ਆਪ ਸੰਗਤਾਂ ਦੇ ਨਾਲ ਗੁਰੂ ਦਾ ਇਤਿਹਾਸ ਸਾਂਝਾ ਕਰਾਂਗੇ। ਇੱਕ ਵਾਰ ਸਾਰੀ ਸੰਗਤ ਹੱਥ ਜੋੜ ਤੇ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਮੈਂ ਜਿਹੜੀ ਘਟਨਾ ਸਾਂਝੀ ਕਰਨੀ ਹੈ, ਉਹਦੇ ਵਿੱਚ ਬਹੁਤ ਸਾਰਾ ਇਤਿਹਾਸ ਜਿਹੜਾ ਅਸੀਂ ਸਟੇਜਾਂ ਤੋਂ ਛੱਡ ਜਾਂਦੇ ਹਾਂ। ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਤੁਸੀਂ ਕਹੋਗੇ ਕਿ ਇਤਿਹਾਸ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਰੂ ਕਰੋ। ਇਹ ਮੈਂ ਸਾਖੀ ਉੱਥੇ ਹੀ ਲੈ ਕੇ ਆਵਾਂਗਾ, ਕਿਉਂਕਿ ਇਤਿਹਾਸ ਆਪਾਂ ਸੁਣਦੇ ਰਹਿੰਦੇ ਹਾਂ। ਇਤਿਹਾਸ ਦੇ ਵਿੱਚ ਬਹੁਤ ਕੁਝ ਆਪਾਂ ਨੂੰ ਨਵਾਂ ਮਿਲਦਾ ਹੈ। ਇਸ ਕਰਕੇ ਮੈਂ 2 ਮਿੰਟ ਵਾਸਤੇ ਤੁਹਾਡੇ ਨਾਲ ਇਹ ਸਾਖੀ ਛੋਟੀ ਜਿਹੀ ਸਾਂਝੀ ਕਰਨੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਬਾਲੇ ਨੂੰ ਨਾਲ ਲੈ ਕੇ ਇੱਕ ਬਹੁਤ ਸਾਰੀ ਵੱਡੀ ਡਿਉੜੀ ਦੇ ਅੱਗੇ ਆਣ ਕੇ ਖਲੋਤੇ ਨੇ। ਉਹ ਨਗਰ ਕਿਹੜਾ ਹੈ? ਉਹ ਨਗਰ ਹੈ ਲੁਧਿਆਣੇ ਦੇ ਲਾਗੇ ਇੱਕ ਪਿੰਡ ਪੈਂਦਾ ਹੈ ਅਪਰਾ। ਅਪਰੇ ਪਿੰਡ ਦੇ ਵਿੱਚ ਬਹੁਤ ਸਾਰੀ ਇੱਕ ਵੱਡੀ ਡਿਉੜੀ ਹੈ। ਉਹਦੇ ਉੱਤੇ 4 ਝੰਡੇ ਝੂਲਦੇ ਸੀਗੇ। ਉਸ ਵੇਲੇ ਦੀ ਇਹ ਨਿਸ਼ਾਨੀ ਹੋਇਆ ਕਰਦੀ ਸੀ। ਉਸ ਵੇਲੇ ਦੇ ਅਮੀਰ ਲੋਕ, ਤਗੜੇ ਲੋਕ ਜਿਹੜੇ ਸਨ, ਜਿਹਦੇ ਕੋਲ 1 ਲੱਖ ਮੋਹਰ ਹੁੰਦੀ ਸੀ, ਉਹ ਆਪਣੀ ਡਿਉੜੀ ਉੱਤੇ ਇੱਕ ਝੰਡਾ ਲਾਉਂਦਾ ਸੀ। ਜਿਹਦੇ ਕੋਲ 2 ਲੱਖ ਮੋਹਰ ਹੋਇਆ ਕਰਦੀ ਸੀ, ਉਹ ਆਪਣੀ ਡਿਉੜੀ ਉੱਤੇ 2 ਝੰਡੇ ਲਾਇਆ ਕਰਦਾ ਸੀ। ਇਸੇ ਤਰ੍ਹਾਂ ਜਿਹਦੇ ਕੋਲ 3 ਲੱਖ ਮੋਹਰਾਂ ਹੁੰਦੀਆਂ ਸਨ, ਉਹ 3 ਝੰਡੇ ਲਾ ਲੈਂਦਾ ਸੀ, ਤੇ ਜਿਹਦੇ ਕੋਲ 4 ਲੱਖ ਮੋਹਰ ਹੋਇਆ ਕਰਦੀ, ਉਹ 4 ਝੰਡੇ ਲਾਇਆ ਕਰਦਾ ਸੀ। ਇਹ ਬੜੀ ਵੱਡੀ ਸਾਰੀ ਇੱਕ ਡਿਉੜੀ ਹੈ। ਇਸ ਡਿਉੜੀ ਦੇ ਉੱਤੇ 4 ਝੰਡੇ ਲੱਗੇ ਨੇ। ਇਹ ਝੰਡੇ ਜਿਹੜੇ ਨੇ, ਵੱਡੀ ਡਿਉੜੀ ਜਿਹੜੀ ਹੈ, ਇਹ ਖੁਸ਼ਹਾਲ ਦੀ ਨਿਸ਼ਾਨੀ ਹੋਇਆ ਕਰਦੀ ਹੈ। ਕਿਉਂਕਿ ਅੱਜ ਕੱਲ੍ਹ ਤਾਂ ਵੱਡੀਆਂ ਡਿਉੜੀਆਂ ਨਹੀਂ ਰਹੀਆਂ। ਜਿਹੜੀਆਂ ਪੁਰਾਣੀਆਂ ਡਿਉੜੀਆਂ ਸੀ, ਅੱਜ ਕੱਲ੍ਹ ਅਸੀਂ ਢਾਹ ਕੇ ਰੱਖ ਦਿੱਤੀਆਂ ਨੇ। ਆਪਾਂ ਇੱਕ ਆਮ ਕਹਾਵਤ ਬਣਦੀ ਹੈ, ਆਪਾਂ ਕਿਸੇ ਬੰਦੇ ਨੂੰ ਕਹਿ ਦਿੰਦੇ ਆ ਵੀ ਯਾਰ ਤੇਰੇ ਤੇ ਪੱਲੇ ਕੱਖ ਨਹੀਂ। ਉਹ ਗਾੜੀਆਂ ਕਹਿੰਦਾ ਵੀ ਜੇ ਮੇਰੇ ਪੱਲੇ ਕੱਖ ਨਹੀਂ ਤੇ ਤੇਰੇ ਕਿਹੜੇ ਝੰਡੇ ਝੂਲਦੇ ਆ। ਪਰ ਆਪਾਂ ਵੇਖਾਂਗੇ ਵੀ ਝੰਡੇ ਜਿਨ੍ਹਾਂ ਦੇ ਝੂਲਦੇ ਸੀ, ਉਹਨਾਂ ਦੇ ਪੱਲੇ ਕੀ ਸੀ। ਮੇਰਾ ਬਾਬਾ ਨਾਨਕ ਭਾਈ ਮਰਦਾਨੇ ਨੂੰ ਨਾਲ ਲੈ ਕੇ ਇੱਕ ਵੱਡੀ ਸਾਰੀ ਡਿਉੜੀ ਦੀ ਆਇਆ। ਮੇਰੇ ਬਾਬੇ ਨਾਨਕ ਨੇ ਆਖਿਆ, ਮਰਦਾਨਿਆਂ ਆਵਾਜ਼ ਮਾਰ ਇਸ ਘਰ ਦੇ ਵਿੱਚ। ਮੇਰੇ ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਕਿਹਾ, ਤੇ ਭਾਈ ਮਰਦਾਨੇ ਨੇ ਬੜੇ ਪਿਆਰ ਦੇ ਨਾਲ ਆਵਾਜ਼ ਮਾਰੀ, ਆਖਿਆ, ਰੱਬ ਦੇ ਬੰਦੇ ਹੈ ਕੋਈ ਘਰ ਦੇ ਵਿੱਚ? ਅਗਰੋਂ ਇੱਕ ਬੜੀ ਪਿਆਰੀ ਰੂਹ ਆਈ। ਉਹਨੇ ਡਿਉੜੀ ਦਾ ਬੂਹਾ ਦਰਵਾਜ਼ਾ ਖੋਲਿਆ। ਇਹ ਮੈਂ ਤੁਹਾਨੂੰ ਦੱਸਦਾ ਕੌਣ ਹੈ, ਕਿਉਂਕਿ ਉਸ ਅਪਰਾ ਪਿੰਡ ਦੇ ਵਿੱਚ ਰਾਜਪੂਤ ਘਰਾਣੇ ਵਿੱਚ ਇੱਕ ਰਾਜਾ ਹੋਇਆ। ਉਹਦਾ ਨਾਂ ਸੀ ਧੱਜ। ਧੱਜ ਦਾ ਪੁੱਤਰ ਹੋਇਆ ਕੋਹ ਧੱਜ। ਕੋਹ ਧੱਜ ਦਾ ਪੁੱਤਰ ਹੋਇਆ ਕਰਨ। ਕਰਨ ਦਾ ਪੁੱਤਰ ਹੋਇਆ ਕੈਸਬ। ਕੈਸਬ ਦਾ ਪੁੱਤਰ ਹੋਇਆ ਚਾਡਾ। ਚਾਡੇ ਦਾ ਪੁੱਤਰ ਹੋਇਆ ਫਿੱਡਾ। ਫਿੱਡੇ ਦਾ ਪੁੱਤਰ ਹੋਇਆ ਮੋਲਾ। ਮੋਲੇ ਦਾ ਪੁੱਤਰ ਹੋਇਆ ਮੋਤਾ। ਮੋਤੇ ਦਾ ਪੁੱਤਰ ਹੋਇਆ ਬਾਬਾ ਭਾਈ ਭੋੜੂ। ਤੇ ਜਿਹੜੀ ਡਿਉੜੀ ਅੱਗੇ ਬਾਬਾ ਨਾਨਕ ਖਲੋਤਾ ਹੈ, ਇਸ ਡਿਉੜੀ ਦਾ ਮਾਲਕ ਸੀਗਾ ਬਾਬਾ ਸਾਉਣ। ਇਹ ਭਾਈ ਬੋੜੂ ਦਾ ਪੁੱਤਰ ਹੈ ਬਾਬਾ ਸਾਉਣ। ਇਹ ਜਦੋਂ ਬਾਹਰ ਆਇਆ, ਭਾਈ ਮਰਦਾਨੇ ਦੇ ਦਰਸ਼ਨ ਕੀਤੇ। ਇਹਨੇ ਆਖਿਆ, ਹਾਂਜੀ ਆਓ ਮਹਾਂਪੁਰਸ਼ੋ। ਭਾਈ ਮਰਦਾਨੇ ਨੇ ਆਖਿਆ ਵੀ ਤੈਨੂੰ ਬਾਬਾ ਨਾਨਕ ਯਾਦ ਕਰਦਾ ਏ। ਬਾਬੇ ਨਾਨਕ ਦੇ ਕੋਲ ਗਿਆ, ਦਰਸ਼ਨ ਦਿਦਾਰੇ ਕੀਤੇ ਨੇ। ਦਰਸ਼ਨ ਕਰਦਿਆਂ ਮਨ ਨਿਹਾਲ ਹੋ ਗਿਆ ਏ ਇਸ ਬਾਬੇ ਸਾਉਣ ਦਾ। ਬੈਠੇ ਨੇ, ਜਲ ਪਾਣੀ ਛਕਿਆ, ਵਿਚਾਰ ਵਟਾਂਦਰਾ ਹੋਈ ਹੈ। ਬਾਬਾ ਨਾਨਕ ਤੇ ਭਾਈ ਮਰਦਾਨਾ ਇਸ ਬੰਦੇ ਦੇ ਕੋਲ 3 ਦਿਨ ਰਹੇ ਨੇ। 3 ਦਿਨਾਂ ਤੋਂ ਬਾਅਦ ਮੇਰੇ ਬਾਬੇ ਨਾਨਕ ਨੇ ਆਖਿਆ, ਚੰਗਾ ਬਈ ਅਸੀਂ ਹੁਣ ਚੱਲਦੇ ਆਂ। ਇਸ ਬਾਬੇ ਸਾਉਣ ਨੇ ਆਖਿਆ, ਬਾਬਾ
ਤੇਰੇ ਨਾਲ ਸਾਡਾ ਪਿਆਰ ਪੈ ਗਿਆ ਏ, ਜਾਂ ਤੂੰ ਇੱਥੇ ਰਹਿ ਤੇ ਜਾਂ ਮੈਨੂੰ ਨਾਲ ਲੈ ਜਾ। ਗੱਲ ਬੜੀ ਵੱਡੀ ਹੈ। ਕਹਿੰਦਾ ਵੀ ਜਾਂ ਬਾਬਾ ਤੂੰ ਇੱਥੇ ਰਹਿ ਤੇ ਜਾਂ ਮੈਨੂੰ ਨਾਲ ਲੈ ਜਾ। ਬਾਬੇ ਨਾਨਕ ਨੇ ਆਖਿਆ, ਗੁਰੂ ਕਾ ਸਿੱਖਾ, ਤੇਰੇ ਨਾਲ ਸਾਡੇ ਹੁਣ ਪੀੜ੍ਹੀਆਂ ਦੀ ਸਾਂਝ ਪੈ ਗਈ ਹੈ। ਗੁਰੂ ਨਾਨਕ ਦੇ ਘਰ ਵਿੱਚ ਜਦੋਂ ਵੀ ਤੁਹਾਡੀਆਂ ਪੀੜ੍ਹੀਆਂ ਦੀ ਗੱਲ ਚੱਲਿਆ ਕਰੇਗੀ, ਕੋਈ ਗੁਰੂ ਘਰ ਵਿੱਚ ਆਇਆ ਕਰੇਗਾ, ਉਹਨਾਂ ਦਾ ਬੜਾ ਮਾਣ ਸਤਿਕਾਰ ਹੋਇਆ ਕਰੇਗਾ। ਮੇਰਾ ਬਾਬਾ ਨਾਨਕ ਭਾਈ ਮਰਦਾਨਾ ਚਲੇ ਗਏ, ਇਹ ਬਾਬਾ ਸੌਣ, ਇਹਦੀ ਅੱਗੇ ਪੀੜ੍ਹੀ ਚੱਲਦੀ ਹੈ। ਬਾਬੇ ਸੌਣ ਦਾ ਪੁੱਤਰ ਹੋਇਆ ਭਾਈ ਅਰਥਾ, ਅਰਥੇ ਦਾ ਪੁੱਤਰ ਹੋਇਆ ਬਿੰਨਾ, ਬਿੰਨੇ ਦਾ ਪੁੱਤਰ ਹੋਇਆ ਦੇਸਾ, ਤੇ ਦੇਸੇ ਦਾ ਪੁੱਤਰ ਉਹ ਹੋਇਆ ਜਿਹਨੂੰ ਆਪ ਸਾਰੇ ਜਾਣਦੇ ਜੇ, ਜਿਹਦਾ ਨਾਂ ਲਿਆ ਤੁਹਾਡੀ ਰਸਨਾ ਪਵਿੱਤਰ ਹੋ ਜਾਂਦੀ ਹੈ। ਇਹ ਉਹਦਾ ਨਾਂ ਸੀਗਾ ਬਾਬਾ ਮੱਖਣ ਸ਼ਾਹ ਲਬਾਣਾ। ਇਹ ਬਾਬਾ ਮੱਖਣ ਸ਼ਾਹ ਲਬਾਣਾ ਬੜਾ ਵੱਡੇ ਘਰਾਣੇ ਦਾ ਅਮੀਰ ਬੰਦਾ ਸੀਗਾ। ਜਿਵੇਂ ਆਪਾਂ ਅੱਜ ਅਡਾਨੀ ਤੇ ਅਬਾਨੀ ਨੂੰ ਕਹਿੰਦੇ ਆ, ਇਸ ਟਾਈਮ ਤੇ ਅਡਾਨੀ ਤੇ ਅਬਾਨੀ ਬਹੁਤ ਅਮੀਰ ਨੇ, ਪਰ ਉਸ ਸਮੇਂ ਦੇ ਵਿੱਚ ਬਾਬਾ ਮੱਖਣ ਸ਼ਾਹ ਲਬਾਣਾ ਇੰਨਾ ਅਮੀਰ ਸੀਗਾ। ਦੱਸਦੇ ਆ ਉਸ ਸਮੇਂ ਦੇ ਰਾਜ ਵਿੱਚ ਇਹ ਹੁਕਮ ਸੀਗਾ ਕਿ ਬਾਬਾ ਮੱਖਣ ਸ਼ਾਹ ਲਬਾਣਾ ਜਿਹੜੇ ਰਸਤੇ ਨੂੰ ਮਰਜ਼ੀ ਚਲਿਆ ਜਾਏ, ਇਹਨੂੰ ਕੋਈ ਰੋਕ ਨਹੀਂ ਗੀ, ਕੋਈ ਟੋਕ ਨਹੀਂ ਗੀ, ਇਹ ਜਿੱਥੇ ਮਰਜ਼ੀ ਜਾ ਕੇ ਵਪਾਰ ਕਰ ਸਕਦਾ ਹੈ। ਬਾਬਾ ਮੱਖਣ ਸ਼ਾਹ ਲਬਾਣਾ ਬੜਾ ਵੱਡਾ ਇੱਕ ਵਪਾਰੀ ਸੀਗਾ, ਇਹ ਵਪਾਰ ਕਰਿਆ ਕਰਦਾ ਸੀਗਾ। ਕੁਝ ਕੁ ਸਮਾਂ ਬੀਤ ਹੋਇਆ, ਬਾਬਾ ਮੱਖਣ ਸ਼ਾਹ ਲਬਾਣਾ ਇਸੇ ਤਰ੍ਹਾਂ ਵਪਾਰ ਦੇ ਵਿੱਚ ਪਿਆ ਰਿਹਾ ਤੇ ਗੁਰੂ ਘਰ ਦੇ ਨਾਲ ਇਹ ਹਮੇਸ਼ਾ ਤੁਰੇ ਰਹਿੰਦੇ ਸਨ। ਬਾਬਾ ਮੱਖਣ ਸ਼ਾਹ ਲਬਾਣਾ ਇੱਕ ਦਿਨ ਆਪਣਾ ਸੌਦਾ ਪੱਤਾ ਵੇਚ ਕੇ ਮੁਨਾਫਾ ਲੈ ਕੇ ਜਦੋਂ ਸਮੁੰਦਰੀ ਜਹਾਜ਼ ਦੇ ਵਿੱਚ ਆਪਣੇ ਬੇੜੇ ਵਿੱਚ ਲੱਦਿਆ ਸਮਾਨ, ਤੇ ਬਾਬਾ ਮੱਖਣ ਸ਼ਾਹ ਲਬਾਣਾ ਉਹ ਬੇੜਾ ਲੈ ਕੇ ਜਦੋਂ ਤੁਰੇ ਨੇ, ਦੱਸਦੇ ਨੇ ਵੀ ਉਸ ਸਮੁੰਦਰ ਦੇ ਵਿੱਚ ਕਾਰ ਦੇ ਜਦੋਂ ਵਿਚਕਾਰ ਇਹ ਬੇੜਾ ਆਇਆ ਏ, ਉਸ ਵੇਲੇ ਬੜੀ ਵੱਡੀ ਛੱਲ ਆਈ। ਮਲਾਹ ਨੇ ਆਣ ਕੇ ਆਖਿਆ, ਬਾਬਾ ਬੜੀ ਵੱਡੀ ਇੱਕ ਛੱਲ ਆਈ ਹੈ, ਸਾਨੂੰ ਪਤਾ ਲੱਗਾ ਏ ਕਿ ਜਿਹੜੀ ਇਹ ਛੱਲ ਹੈ, ਜਿਹੜਾ ਤੂਫਾਨ ਆਉਣਾ ਏ, ਇਸ ਤੂਫਾਨ ਦਾ ਹੱਲਾ ਵੱਜਿਆ ਆਪਣੇ ਤੋਂ ਬੇੜਾ ਸੰਭਲਿਆ ਨਹੀਂ ਜਾਣਾ, ਇਹਨੇ ਕਿਸੇ ਹੋਰ ਬੰਨੇ ਲੱਗ ਜਾਣਾ ਏ। ਬਾਬੇ ਮੱਖਣ ਸ਼ਾਹ ਲਬਾਣੇ ਨੇ ਆਖਿਆ, ਤੁਸੀਂ ਆਪਣੀ ਡਿਊਟੀ ਨਿਭਾਓ, ਮੈਂ ਆਪਣੀ ਡਿਊਟੀ ਨਿਭਾਉਣਾ ਏ। ਉਸ ਮਲਾਹ ਨੇ ਆਣ ਕੇ ਉਸ ਬੇੜੇ ਦੀ ਡਿਊਟੀ ਨਿਭਾਈ ਹੈ ਤੇ ਬਾਬੇ ਮੱਖਣ ਸ਼ਾਹ ਲਬਾਣੇ ਨੇ ਪਾਇਆ ਗਲ ਵਿੱਚ ਪੱਲਾ ਮਾਰ ਕੇ ਚੌਂਕੜਾ, ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ ਇੱਕ ਅਰਦਾਸ ਬੇਨਤੀ ਜੋਦੜੀ ਹੈ ਇਉਂ ਕਰਦਾ ਹੈ।
ਤੰਦਵੇ ਕੋਲੋਂ ਪ੍ਰਭੂ ਛਡਾਇਆ ਜਿਸ ਤਰ੍ਹਾਂ ਤੰਦਵੇ ਕੋਲੋਂ ਪ੍ਰਭੂ ਛਡਾਇਆ ਜਿਸ ਤਰ੍ਹਾਂ ਜਾਲ ਫਸੀ ਦੇ ਬੰਧਨ ਆਪ ਉਤਾਰਦਾ ਜਾਲ ਫਸੀ ਦੇ ਬੰਧਨ ਆਪ ਉਤਾਰਦਾ ਸੁਣਿਆ ਹੈ ਨ ਅਨੇਕਾਂ ਹੋਰ ਵੀ ਕਥਾ ਪੁਰਾਣੀਆਂ ਸੁਣਿਆ ਹੈ ਨ ਅਨੇਕਾਂ ਹੋਰ ਵੀ ਕਥਾ ਪੁਰਾਣੀਆਂ ਜਿੰਨਾ ਪੜਿਆ ਲੜ ਉਸ ਬਖਸ਼ਣ ਹਾਰ ਦਾ ਜਿੰਨਾ ਪੜਿਆ ਲੜ ਉਸ ਬਖਸ਼ਣ ਹਾਰ ਦਾ ਮੈਨੂੰ ਓਟ ਹੈ ਸਭ ਤੋਂ ਵੱਡੇ ਨਾਨਕ ਗੁਰੂ ਦੀ ਮੈਨੂੰ ਓਟ ਹੈ ਸਭ ਤੋਂ ਵੱਡੇ ਨਾਨਕ ਗੁਰੂ ਦੀ ਇੱਕੋ ਨਜ਼ਰ ਨਾਲ ਜੋ ਤਪੇ ਕੜਾਏ ਠਾਰਦਾ ਇੱਕੋ ਨਜ਼ਰ ਨਾਲ ਜੋ ਤਪੇ ਕੜਾਏ ਠਾਰਦਾ ਦੁਨੀਆ ਦੇ ਉਲਾਮੇ ਨਾਲ ਲੈ ਰਾਜਦਾ ਦੁਨੀਆ ਦੇ ਉਲਾਮੇ ਨਾਲ ਲੈ ਮਹਾਰਾਜ ਦਾ ਤੇਰਾ ਬੇੜਾ ਬੰਨੇ ਲੱਗਾ ਸੇਵਾਦਾਰ ਦਾ ਤੇਰਾ ਬੇੜਾ ਬੰਨੇ ਲੱਗਾ ਸੇਵਾਦਾਰ ਦਾ ਆਸਾਂ ਮੁੱਕ ਜਾਵਨ ਜਾਂ ਸਭੇ ਦੁਨੀਆ ਵਾਲੀਆਂ ਆਸਾਂ ਮੁੱਕ ਜਾਵਨ ਜਾਂ ਸਭੇ ਦੁਨੀਆ ਵਾਲੀਆਂ ਸੀਤਲ ਉਦੋਂ ਬੰਦਾ ਲੱਭਦਾ ਦਰ ਕਰੇ ਤਾਰਦਾ ਸੀਤਲ ਉਦੋਂ ਬੰਦਾ ਲੱਭਦਾ ਦਰ ਕਰੇ ਤਾਰਦਾ ਸੀਤਲ ਉਦੋਂ ਬੰਦਾ ਲੱਭਦਾ ਦਰ ਕਰੇ ਤਾਰਦਾ ਹੋ
ਮੱਖਣ ਸ਼ਾਹ ਨੇ ਗਲ ਵਿੱਚ ਪਾਇਆ ਪੱਲਾ, ਮਾਰਿਆ ਚੌਂਕੜਾ, ਲਾਈ ਸਮਾਧੀ, ਕੀਤੀ ਅਰਦਾਸ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ। ਕਿਉਂਕਿ ਉਸ ਵੇਲੇ ਗੱਦੀ ਤੇ ਮੇਰੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਗੱਦੀ ਤੇ ਬਿਰਾਜਮਾਨ, ਦਿੱਲੀ ਦੀ ਧਰਤੀ ਤੇ ਬਿਰਾਜਮਾਨ ਸਨ। ਇਧਰੋਂ ਬਾਬਾ ਮੱਖਣ ਸ਼ਾਹ ਲਬਾਣਾ ਆਪਣੇ ਘਰ ਵਿੱਚ ਆਇਆ। ਘਰ ਵਾਲੀ ਨੇ, ਧਰਮ ਪਤਨੀ ਨੇ ਪੁੱਛਿਆ ਜੀ ਕਿਸ ਤਰ੍ਹਾਂ ਦਾ ਰਿਹਾ ਮਾਹੌਲ? ਕਿਉਂਕਿ ਅੱਜ ਵੀ ਆਪਾਂ ਵੇਖਦੇ ਹਾਂ ਜਿਹੜੇ ਕੋਈ ਕਾਰੋਬਾਰ ਕਰਦੇ ਨੇ, ਜਦੋਂ ਆਪਾਂ ਵਪਾਰ ਕਰਦੇ ਹਾਂ ਤੇ ਆਪਣੇ ਘਰਾਂ ਵਿੱਚ ਪੁੱਛਿਆ ਜਾਂਦਾ ਹੈ ਕਿ ਅੱਜ ਕਾਰੋਬਾਰ ਵਿੱਚ ਵਾਧਾ ਕਿਵੇਂ ਹੋਇਆ, ਕਿਹੋ ਜਿਹਾ ਮਾਹੌਲ ਰਿਹਾ, ਕਿਹੋ ਜਿਹਾ ਸਮਾਂ ਰਿਹਾ। ਬਾਬੇ ਮੱਖਣ ਸ਼ਾਹ ਨੇ ਆਖਿਆ ਭਾਗਾਂ ਵਾਲੀਏ ਸਮਾਂ ਤੇ ਬਹੁਤ ਵਧੀਆ ਹੈ, ਪਰ ਸਮੁੰਦਰ ਦੇ ਵਿੱਚ ਇੱਕ ਛੱਲ ਬੜੀ ਤਕੜੀ ਆਉਣ ਵਾਲੀ ਸੀ। ਮਲਾਹ ਨੇ ਆਣ ਕੇ ਦੱਸਿਆ ਸੀਗਾ ਕਿ ਜੇ ਬੇੜੇ ਨੂੰ ਛੱਲ ਲੱਗੀ, ਜੇ ਬੇੜਾ ਆਪਣੇ ਹੱਥੋਂ ਡੋਲ ਗਿਆ, ਹੋ ਸਕਦਾ ਹੈ ਹੋਰ ਕਿਸੇ ਕਿਨਾਰੇ ਵੱਲ ਨੂੰ ਜਾ ਕੇ ਲੱਗ ਜਾਏ। ਮੈਂ ਗਲ ਵਿੱਚ ਪੱਲਾ ਪਾ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਘਰ ਵਾਲੀ ਨੇ ਆਖਿਆ ਪਤੀ ਜੀ ਬਹੁਤੀ ਦੇਰ ਨਹੀਂ ਲਾਉਣੀ ਚਾਹੀਦੀ, ਕਿਉਂਕਿ ਤੁਸੀਂ ਜਿਹੜੀ ਉਹ ਦਸਵੰਧ ਦੀ ਭੇਟਾ ਹੈ ਉਹਨੂੰ ਆਪਾਂ ਲੈ ਕੇ ਤੇ ਗੁਰੂ ਘਰ ਵਿੱਚ ਜਾ ਕੇ ਉਹਦਾ ਦਸਵੰਧ ਆਪਣਾ ਬਣਦਾ ਚੜਾ ਹੋਣਾ ਚਾਹੀਦਾ ਹੈ। ਜਦੋਂ ਗੁਰੂ ਬਾਬੇ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀਗੀ, ਬਾਬਾ ਮੱਖਣ ਸ਼ਾਹ ਲਬਾਣਾ ਕਿਤੇ ਮੌਤ ਤੋਂ ਨਹੀਂ ਸੀ ਡਰਦਾ, ਕਿਉਂਕਿ ਆਪਾਂ ਜਦੋਂ ਗੁਰੂ ਨਾਨਕ ਦੇ ਘਰ ਨੂੰ ਤੁਰਨਾ ਹੁੰਦਾ ਏ, ਇੱਥੇ ਪਹਿਲਾਂ ਆਪਣੇ ਉੱਤੇ ਸਵਾਲ ਕੀਤਾ ਜਾਂਦਾ ਏ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ। ਗੁਰੂ ਨਾਨਕ ਦੇ ਘਰ ਨੂੰ ਜਿਨ੍ਹਾਂ ਨੇ ਤੁਰਨਾ ਏ ਉਹ ਆਪਣਾ ਆਪ ਪਹਿਲਾਂ ਮਰਨ ਕਬੂਲ ਕਰਕੇ ਫਿਰ ਤੁਰਦੇ ਨੇ। ਬਾਬਾ ਮੱਖਣ ਸ਼ਾਹ ਲਬਾਣਾ ਕੋਈ ਅਰਦਾਸ ਕਰਕੇ ਜ਼ਿੰਦਗੀ ਨਹੀਂ ਸੀ ਮੰਗਦਾ, ਕੋਈ ਬਹੁਤੀਆਂ ਲੰਮੀਆਂ ਉਮਰਾਂ ਨਹੀਂ ਸੀ ਮੰਗਦਾ। ਬਾਬੇ ਮੱਖਣ ਸ਼ਾਹ ਨੇ ਲਬਾਣੇ ਨੇ ਅਰਦਾਸ ਕੀਤੀ ਕਿ ਸਤਿਗੁਰੂ ਮੈਂ ਕੋਈ ਬਹੁਤੀ ਤੁਹਾਡੇ ਕੋਲੋਂ ਉਮਰ ਨਹੀਂ ਮੰਗਦਾ, ਮੈਨੂੰ ਕੋਈ ਬਹੁਤਾ ਜੀਵਨ ਨਹੀਂ ਚਾਹੀਦਾ। ਮੇਰੀ ਇੱਕੋ ਇੱਕ ਅਰਦਾਸ ਹੈ ਕਿ ਜਿਹੜਾ ਮੇਰੇ ਕੋਲ ਤੁਹਾਡਾ ਦਸਵੰਧ ਹੈ ਇਹ ਮੈਂ ਤੁਹਾਡੇ ਚਰਨਾਂ ਵਿੱਚ ਪਹੁੰਚਾ ਦੇਵਾਂ, ਉਹ ਤੋਂ ਬਾਅਦ ਭਾਵੇਂ ਮੇਰੇ ਉਸੇ ਵੇਲੇ ਸਵਾਸ ਨਿਕਲ ਜਾਣ। ਬਾਬੇ ਮੱਖਣ ਸ਼ਾਹ ਲਬਾਣੇ ਦੀ ਇਹ ਅਰਦਾਸ ਸੀ। ਇਧਰੋਂ ਬਾਬਾ ਮੱਖਣ ਸ਼ਾਹ ਲਬਾਣਾ ਆਪਣੇ ਪਰਿਵਾਰ ਨੂੰ ਲਿਆਏ, ਨਾਲ ਆਪਣੇ ਫੋਰ ਸੰਗਤ ਚੱਲੀ ਹੈ, ਨਾਲ ਸੰਗਤ ਸਾਥੀ ਸਨ। ਬਾਬਾ ਮੱਖਣ ਸ਼ਾਹ ਲਬਾਣਾ ਲੈ ਕੇ 500 ਮੋਹਰ ਤੁਰ ਪਿਆ। ਮੰਜ਼ਿਲਾਂ ਨੂੰ ਮਕਾਉਂਦਾ ਆਉਂਦਾ ਹੋਇਆ ਇਧਰੋਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਹੈ। ਸੰਗਤਾਂ ਬੈਠੀਆਂ ਨੇ, ਸੰਗਤਾਂ ਨੇ ਬੇਨਤੀ ਕਰਕੇ ਆਖਿਆ ਸਤਿਗੁਰੂ ਆਪ ਕਿਰਪਾ ਕਰੋ, ਜਦੋਂ ਤੋਂ ਤੁਹਾਡੇ ਤੱਕ ਇਹ ਗੱਦੀ ਆਈ ਹੈ ਤੇ ਪਹਿਲੇ ਗੁਰੂ ਆਪਣੀ ਗੱਦੀ ਸੌਂਪ ਜਾਂਦੇ ਰਹੇ ਨੇ। ਸਾਨੂੰ ਪਤਾ ਸੀਗਾ ਕਿ 7ਵੇਂ ਤੋਂ 8ਵੇਂ, 8ਵੇਂ ਤੋਂ 9ਵੇਂ ਪਾਤਸ਼ਾਹ ਕਿਹੜੇ ਨੇ, ਪਰ ਹੁਣ ਕਿਰਪਾ ਕਰੋ ਤੁਸੀਂ ਸਾਨੂੰ ਦੱਸੋ ਤੁਹਾਡੇ ਤੋਂ ਬਾਅਦ ਇਸ ਗੱਦੀ ਦਾ ਮਾਲਕ ਕੌਣ ਹੈ, ਇਸ ਗੱਦੀ ਉੱਤੇ ਹੁਣ ਗੁਰੂ ਸਾਹਿਬ ਕੌਣ ਹੋਣਗੇ। ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਿਦਵਾਨ ਦੱਸਦੇ ਆ ਸਿਰਫ 2 ਬਚਨ ਕੀਤੇ ਸੀ। ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਤੁਹਾਡੇ ਵਾਸਤੇ ਬੜੀ ਵੱਡੀ ਇੱਕ ਪਰਖ ਦੀ ਘੜੀ ਹੈ, ਤੁਹਾਡੀ ਸ਼ਰਧਾ ਤੇ ਤੁਹਾਡੀ ਭਾਵਨਾ ਦਾ ਪਤਾ ਇੱਥੋਂ ਲੱਗਣਾ ਹੈ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸੀਗਾ ਕਿ ਬਾਬਾ ਬਕਾਲੇ, ਬਸ ਇਹ 2 ਬਚਨ ਕੀਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਜੋਤੀ ਜੋਤ ਸਮਾ ਗਏ ਨੇ। ਇਧਰੋਂ ਬਕਾਲੇ ਦੀ ਧਰਤੀ ਤੇ ਜਦੋਂ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕਰ ਦਿੱਤਾ ਹੈ ਕਿ ਬਾਬਾ ਬਕਾਲੇ ਹੈ, ਤੇ ਜਿਹੜੇ ਧੀਰਮਲ ਸਨ, ਹੋਰ ਜਿਹੜੇ ਦੰਭੀ ਪਖੰਡੀ ਸਨ, ਆਪੋ ਆਪਣੀਆਂ ਇਹਨਾਂ ਨੇ ਗੱਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਆਪੋ ਆਪਣੇ ਇਹਨਾਂ ਪੰਡਾਲ ਲਾਉਣੇ ਸ਼ੁਰੂ ਕਰ ਦਿੱਤੇ ਨੇ, ਆਪੋ ਆਪਣੇ ਮਟਾਲ ਲਾਲੇ, ਆਪੋ ਆਪਣੀਆਂ ਗੱਦੀਆਂ ਲਾਈਆਂ, ਆਪੋ ਆਪਣੇ ਚੇਲਿਆਂ ਨੂੰ ਘਲਾ ਦਿੱਤਾ ਹੈ ਪਿੰਡਾਂ ਦੇ ਵਿੱਚ ਕਿ ਹੁਣ ਗੁਰੂ ਮੈਂ ਹੈ। ਇਹ ਆਪੇ ਆਪ ਨੂੰ ਗੁਰੂ ਅਖਵਾਉਂਦੇ ਸਨ। ਪਰ ਇਧਰੋਂ ਬਾਬਾ ਮੱਖਣ ਸ਼ਾਹ ਲਬਾਣਾ ਆਪਣੇ ਪਰਿਵਾਰ ਨੂੰ ਲੈ ਕੇ, ਆਪਣੇ ਸੰਗੀ ਸਾਥੀਆਂ ਨੂੰ ਲੈ ਕੇ ਤੁਰਿਆ ਆਉਂਦਾ ਸੀਗਾ। ਰਸਤੇ ਵਿੱਚ ਪੁੱਛਿਆ ਕਿਸੇ ਨੇ ਕਿ ਬਾਬਾ ਜੀ ਕਿੱਧਰ ਚੱਲੇ ਹੋ? ਬਾਬੇ ਮੱਖਣ ਸ਼ਾਹ ਲਬਾਣੇ ਨੇ ਆਖਿਆ ਮੈਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਚੱਲਿਆ ਏ। ਉਹ ਸਿੱਖ ਨੇ ਆਖਿਆ ਬਾਬਾ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਤਾਂ ਜੋਤੀ ਜੋਤ ਸਮਾ ਗਏ ਨੇ। ਮਨ ਦੇ ਵਿੱਚ ਖਿਆਲ ਕੀਤਾ, ਪੁੱਛਿਆ ਵੀ ਜਦੋਂ ਜੋਤੀ ਜੋਤ ਸਮਾਉਣ ਵੇਲੇ ਗੁਰਤਾ ਗੱਦੀ ਕਿਹਨੂੰ ਦੇ ਕੇ ਗਏ ਨੇ? ਉਹਨਾਂ ਨੇ ਆਖਿਆ ਬਾਬਾ ਬੜੀ ਵੱਡੀ ਇੱਕ ਪਰਖ ਦੀ ਘੜੀ ਹੈ ਜਿਹੜੀ ਸਾਡੇ ਉੱਤੇ ਬਣੀ ਹੈ, ਸਾਨੂੰ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿ ਕੇ ਗਏ ਨੇ। ਉਹਨਾਂ ਨੇ ਇਹਨਾਂ ਕਿਹਾ ਕਿ ਬਾਬਾ ਬਕਾਲੇ, ਇਹ ਤੋਂ ਅੱਗੇ ਉਹਨਾਂ ਸਾਨੂੰ ਕੁਝ ਨਹੀਂ ਦੱਸਿਆ। ਚਲੋ ਬਾਬਾ ਮੱਖਣ ਸ਼ਾਹ ਲਬਾਣਾ ਗੁਰੂ ਘਰ ਦੇ ਨਾਲ ਜੁੜਿਆ,
ਗੁਰੂ ਘਰ ਤੇ ਸ਼ਰਧਾ ਵਿਸ਼ਵਾਸ ਤੇ ਭਰੋਸਾ ਰੱਖਣ ਵਾਲਾ ਸੀਗਾ। ਬਾਬਾ ਮੱਖਣ ਸ਼ਾਹ ਮੰਜ਼ਲਾਂ ਨੂੰ ਮਕਾਉਂਦਿਆਂ ਇਹ ਬਾਬੇ ਬਕਾਲੇ ਦੀ ਧਰਤੀ ਤੇ ਆਇਆ ਏ। ਜਦੋਂ ਆਣ ਕੇ ਵੇਖਿਆ ਬੜੇ ਬੜੇ ਪੰਡਾਲ ਲੱਗੇ ਨੇ, ਬੜੀਆਂ ਬੜੀਆਂ ਅਟਾਰੀਆਂ ਬਣੀਆਂ ਨੇ, ਬੜੇ ਬੜੇ ਚੰਡਾਲ ਲੱਗੇ ਹੋਏ ਨੇ। ਆਖਰ ਮਨ ਦੇ ਵਿੱਚ ਫੈਸਲਾ ਕੀਤਾ ਇਹਨਾਂ ਵਿੱਚੋਂ ਹੁਣ ਗੁਰੂ ਲੱਭਣਾ ਬੜਾ ਔਖਾ ਏ, ਬੜੀ ਮੁਸ਼ਕਲ ਦੀ ਘੜੀ ਹੈ। ਆਖਰਕਾਰ ਬਾਬਾ ਮੱਖਣ ਸ਼ਾਹ ਲਬਾਣਾ ਬੜਾ ਸਿਆਣਾ ਤੇ ਸੂਝਵਾਨ ਸੀਗਾ। ਇਹਨੇ ਬਾਬੇ ਮੱਖਣ ਸ਼ਾਹ ਨੇ ਆਖਿਆ ਆਪਾਂ ਇਹਨਾਂ ਦੀ ਪਰਖ ਕਰ ਲੈਨੇ ਆ, ਜਿਹੜਾ ਪਰਖ ਵਿੱਚੋਂ ਪਾਸ ਹੋ ਜਾਵੇਗਾ ਉਹ ਸਮਝੋ ਗੁਰੂ ਹੋਵੇਗਾ। ਬਾਬੇ ਮੱਖਣ ਸ਼ਾਹ ਲਬਾਣੇ ਨੇ ਉਹ ਮੋਹਰਾਂ ਵਾਲੀ ਪੋਟਲੀ ਆਪਣੀ ਧਰਮ ਪਤਨੀ ਨੂੰ ਫੜਾ ਦਿੱਤੀ ਹੈ। ਹੱਥ ਵਿੱਚ ਕੁਝ ਮੋਹਰਾਂ ਫੜੀਆਂ। ਬਾਬਾ ਮੱਖਣ ਸ਼ਾਹ ਲਬਾਣਾ ਦੋ ਮੋਹਰਾਂ ਰੱਖਦਾ ਅੱਗੇ ਤੁਰਿਆ ਜਾਂਦਾ ਏ। ਮਨ ਦੇ ਵਿੱਚ ਨਾਲ ਫੈਸਲਾ ਕੀਤਾ ਵੀ ਮੈਨੂੰ ਇਹਨਾਂ ਵਿੱਚ ਕੋਈ ਕਣੀ ਨਹੀਂ ਜਾਪਦੀ। ਜਦੋਂ ਸਾਰਿਆਂ ਨੂੰ ਦੋ ਮੋਹਰਾਂ ਦਿੱਤੀਆਂ ਗਈਆਂ, ਬਾਬਾ ਮੱਖਣ ਸ਼ਾਹ ਲਬਾਣਾ ਆਪਣੀ ਧਰਮ ਪਤਨੀ ਦੇ ਕੋਲ ਆਇਆ ਹੈ। ਧਰਮ ਪਤਨੀ ਨੇ ਪੁੱਛਿਆ ਜੀ ਕੀ ਗੱਲ ਹੈ? ਬਾਬੇ ਮੱਖਣ ਸ਼ਾਹ ਲਬਾਣੇ ਨੇ ਆਖਿਆ ਕਿ ਅਸਲ ਵਿੱਚ ਜਿਹੜੀ ਗੱਲ ਸੀ ਉਹ ਗੱਲ ਬਣੀ ਨਹੀਂ। ਮੈਨੂੰ ਇਹਨਾਂ ਵਿੱਚੋਂ ਕੋਈ ਵਿਸ਼ਵਾਸ ਨਹੀਂ, ਮੇਰੇ ਮਨ ਨੂੰ ਕੋਈ ਠੰਡ ਨਹੀਂ ਪਈ, ਮੈਨੂੰ ਇਹਨਾਂ ਵਿੱਚੋਂ ਕੋਈ ਗੁਰੂ ਨਹੀਂ ਲੱਭਦਾ। ਬਾਬੇ ਮੱਖਣ ਸ਼ਾਹ ਲਬਾਣੇ ਨੇ ਉੱਥੇ ਕਿਸੇ ਬਜ਼ੁਰਗ ਨੂੰ ਪੁੱਛਿਆ ਵੀ ਬਾਬਾ ਇਸ ਨਗਰ ਦੇ ਵਿੱਚ ਹੋਰ ਵੀ ਕੋਈ ਬਾਬਾ ਰਹਿੰਦਾ ਹੈ, ਹੋਰ ਵੀ ਕੋਈ ਹੈ ਜਿਹੜਾ ਕੋਈ ਤਪ ਕਰਨ ਵਾਲਾ ਬੈਠਾ ਹੋਵੇ? ਉਸ ਬਾਬੇ ਨੇ ਆਖਿਆ ਵੀ ਇਸ ਨਗਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਭੋਰੇ ਵਿੱਚ ਬਾਬਾ ਰਹਿੰਦਾ ਹੈ, ਉਹਨੂੰ ਤੇਗ ਮੱਲ ਵੀ ਕਹਿੰਦੇ ਨੇ, ਉਹਨੂੰ ਤੇਗ ਬਹਾਦਰ ਵੀ ਕਹਿੰਦੇ ਨੇ। ਬਾਬੇ ਮੱਖਣ ਸ਼ਾਹ ਲਬਾਣੇ ਨੇ ਨਾ ਸੁਣਦਿਆਂ ਮਨ ਨੂੰ ਠੰਡ ਪਈ ਹੈ। ਬਾਬਾ ਮੱਖਣ ਸ਼ਾਹ ਲਬਾਣਾ ਤੁਰਿਆ, ਆਪਣੀ ਧਰਮ ਪਤਨੀ ਨੂੰ ਨਾਲ ਲਿਆ ਹੈ। ਬਾਬਾ ਮੱਖਣ ਸ਼ਾਹ ਲਬਾਣਾ ਉੱਥੇ ਚਲੇ ਗਏ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਭਗਤੀ ਕਰਦੇ ਸਨ। ਬਾਬੇ ਮੱਖਣ ਸ਼ਾਹ ਲਬਾਣੇ ਨੇ ਉਸ ਪੋਟਲੀ ਵਿੱਚੋਂ 5 ਮੋਹਰਾਂ ਲਈਆਂ ਤੇ ਗੁਰੂ ਸਾਹਿਬ ਅੱਗੇ ਰੱਖ ਦਿੱਤੀਆਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਨੇ ਤੇ ਬਾਬੇ ਮੱਖਣ ਸ਼ਾਹ ਲਬਾਣੇ ਨੂੰ ਆਖਿਆ ਬਾਬਾ ਤੇਰੀ ਪੀੜੀ ਤੋਂ ਤੁਰਿਆ ਆਉਂਦਾ ਹੈ 500 ਮੋਹਰਾਂ ਇਸ ਗੁਰੂ ਘਰ ਨੂੰ ਤੁਸੀਂ ਦਾਨ ਕਰਦੇ ਆਏ ਹੋ, 500 ਮੋਹਰਾਂ ਚੜਾਉਂਦੇ ਆਏ ਹੋ। ਅੱਜ ਪੰਜਾਂ ਨਾਲ ਹੀ ਸਾਰ ਚੱਲੇ ਹੋਏ। ਬਸ ਇੰਨੀ ਗੱਲ ਕਹਿਣ ਦੀ ਢੇਰ ਸੀ। ਬਾਬਾ ਮੱਖਣ ਸ਼ਾਹ ਲਬਾਣਾ ਮਨ ਨੂੰ ਧਰਵਾਸ ਮਿਲਿਆ, ਮਨ ਨੂੰ ਤਸੱਲੀ ਹੋਈ ਹੈ ਕਿ ਅਸਲ ਵਿੱਚ ਜਿਹੜੀ ਚੀਜ਼ ਮੈਂ ਚਾਹੁੰਦਾ ਸੀਗਾ ਉਹ ਚੀਜ਼ ਮੈਨੂੰ ਮਿਲ ਗਈ ਹੈ। ਇਹ ਬਾਬਾ ਮੱਖਣ ਸ਼ਾਹ ਲਬਾਣਾ ਮਾਰ ਕੇ ਧੱਕੇ ਸੰਗਤ ਵਿੱਚੋਂ ਪਾਰ ਹੁੰਦਾ ਹੋਇਆ ਆਇਆ ਹੈ। ਇੱਕ ਕੋਠੇ ਉੱਤੇ ਚੜ ਕੇ ਬਾਬੇ ਮੱਖਣ ਸ਼ਾਹ ਲਬਾਣੇ ਨੇ ਆਪਣਾ ਕਮਰ ਕੁਛ ਖੋਲਿਆ ਹੈ। ਬਾਬੇ ਮੱਖਣ ਸ਼ਾਹ ਲਬਾਣੇ ਨੇ ਕੋਠੇ ਉੱਤੇ ਚੜ ਕੇ ਹੋਕਾ ਦਿੱਤਾ, ਆਖਿਆ ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਬਾਬੇ ਮੱਖਣ ਸ਼ਾਹ ਲਬਾਣੇ ਨੇ ਜਿਵੇਂ ਉਸ ਕੋਠੇ ਤੇ ਚੜ ਕੇ ਇੱਕ ਹੋਕਾ ਦਿੱਤਾ, ਗੁਰੂ ਲਾਦੇ ਦਾ ਹੋਕਾ ਬਾਬਾ ਮੱਖਣ ਸ਼ਾਹ ਲਬਾਣਾ ਇਸ ਤਰ੍ਹਾਂ ਹੁੰਦਾ ਹੈ। यो खला पुकारे सच्चा गुरु मैं लब लिया आओ तक लो सारे सच्चा गुरु मैं लब लिया आओ तक लो सारे
ਇਸ ਬੇੜੇ ਤਾਰੇ ਇਸ ਸਭ ਜਲ ਤੋਂ ਵੀ ਉਹ ਫਿਰ ਪਾਰੀ ਉਤਾਰੇ ਇਸ ਪਵ ਜਲ ਤੋਂ ਵੀ ਉਹ ਫਿਰ ਪਾਰੀ ਉਤਾਰੇ ਇਸ ਪਵ ਜਲ ਤੋਂ ਵੀ ਉਹ ਫਿਰ ਪਾਰੀ ਉਤਾਰੇ ਗੱਦੀਆਂ ਵਾਲੇ ਹੋਰ ਜੋ ਰਹੇ ਪਿੱਟ ਨਗਾਰੇ ਗੱਦੀਆਂ ਵਾਲੇ ਹੋਰ ਜੋ ਰਹੇ ਪਿੱਟ ਨਗਾਰੇ ਗੱਦੀਆਂ ਵਾਲੇ ਹੋਰ ਜੋ ਰਹੇ ਪਿੰਡ ਨਗਾਰੇ ਸਭ ਪਖੰਡੀ ਹੈ ਨੇ ਉਹ ਮੈਂ ਤੱਕ ਲੈ ਸਾਰੇ ਸਭ ਪਖੰਡੀ ਹੈ ਨੇ ਉਹ ਮੈਂ ਤੱਕ ਲੈ ਸਾਰੇ ਸਭ ਪਖੰਡੀ ਹੈ ਨੇ ਜੋ ਮੈਂ ਤੱਕ ਲੈ ਸਾਰੇ ਹੋ ਬਾਬੇ ਮੱਖਣ ਸ਼ਾਹ ਲਬਾਣੇ ਨੇ ਜਦੋਂ ਹੋਕਾ ਦਿੱਤਾ ਉੱਥੇ ਜਿੰਨੇ ਵੀ ਦੰਭੀ ਪਖੰਡੀ ਸਨ ਜਿਹੜੀਆਂ ਸੰਗਤਾਂ ਉਧਰ ਭੱਜੀਆਂ ਫਿਰਦੀਆਂ ਸਨ ਉਹਨਾਂ ਨੇ ਵੀ ਆਵਾਜ਼ ਸੁਣੀ ਤੇ ਇੱਧਰ ਨੂੰ ਸਾਰੇ ਆ ਗਏ ਨੇ ਬਾਬੇ ਮੱਖਣ ਸ਼ਾਹ ਲਬਾਣੇ ਨੇ ਹੋਕਾ ਦਿੱਤਾ ਆਓ ਤੁਹਾਨੂੰ ਮੈਂ ਅਸਲੀ ਗੁਰੂ ਦੇ ਦਰਸ਼ਨ ਕਰਾਵਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਾਏ ਜਿਹੜੀਆਂ ਸੰਗਤਾਂ ਸਨ ਬਾਬੇ ਮੱਖਣ ਸ਼ਾਹ ਲਬਾਣੇ ਨੇ ਉਹਨਾਂ ਨੂੰ ਆਵਾਜ਼ ਮਾਰੀ ਹੈ ਸਾਰੀਆਂ ਸੰਗਤਾਂ ਇੱਧਰ ਆਈਆਂ ਇੱਧਰ ਬੜਾ ਵੱਡਾ ਇੱਕ ਇਕੱਠ ਕੀਤਾ ਗਿਆ ਇੱਧਰ ਰਸਮਾਂ ਲਿਆਂਦੀਆਂ ਗਈਆਂ ਰਸਤਾਂ ਆਈਆਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਗਈਆਂ ਦੇਗਾਂ ਤਿਆਰ ਕਰਨ ਤੋਂ ਬਾਅਦ ਮਹਾਰਾਜ ਨੂੰ ਗੁਰਤਾ ਗੱਦੀ ਦੇਣੀ ਹੈ ਬਾਬੇ ਮੱਖਣ ਸ਼ਾਹ ਲਬਾਣੇ ਨੇ ਉਸ ਵੇਲੇ ਦੇ ਮੁਖੀ ਸਿੱਖਾਂ ਨੂੰ ਸੱਦ ਕੇ ਇੱਕ ਰਸਮ ਕਰਨੀ ਸੀਗੀ ਉਸ ਵੇਲੇ ਦੇ ਮੁਖੀ ਸਿੱਖ ਚੁਣੇ ਗਏ ਉਹਨਾਂ ਸਿੱਖਾਂ ਦੇ ਵਿੱਚੋਂ ਬਾਬੇ ਮੱਖਣ ਸ਼ਾਹ ਲਬਾਣੇ ਨੇ ਆਪਣੇ ਪਿਆਰ ਦੇ ਨਾਲ ਆਪਣੇ ਹੀ ਬੜੇ ਗੁਰਸਿੱਖਾਂ ਦੇ ਨਾਲ ਮਿਲ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਰਸਮ ਜਿਵੇਂ ਦਿੱਤੀ ਹੈ ਉਸ ਵੇਲੇ ਦੇ ਸੀਨ ਨੂੰ ਢਾਡੇ ਜਥੇ ਪਾਸੋਂ ਪਿਆਰ ਨਾਲ ਸਰਵਣ ਕਰੀਏ ਜੀ ਮੱਖਣ ਸ਼ਾਹ ਨੇ ਸਮਾਨ ਲਿਆਏ ਕੇ ਮੱਖਣ ਸ਼ਾਹ ਨੇ ਸਮਾਨ ਲਿਆਏ ਕੇ ਗੱਦੀ ਦਿੱਤੀ ਪੂਰੀ ਸ਼ਾਨ ਦੀ ਸਜਾ ਗੱਦੀ ਦਿੱਤੀ ਪੂਰੀ ਸ਼ਾਨ ਦੀ ਸਜਾ ਕਰੋ ਸੀ ਲਿਆਂਦੀ ਬਣਵਾਏ
ਬਖਸ਼ਾ ਕੇ ਉਪਵਾ ਦਿੱਤੀ ਗੁਰਾਂ ਨੂੰ ਬਖਸ਼ਾ ਕੇ ਉਪਵਾ ਪੂਰੇ ਆਦਰ ਦੇ ਨਾਲ ਮਹਾਰਾਜ ਨੂੰ ਪੂਰੇ ਆਦਰ ਦੇ ਨਾਲ ਮਹਾਰਾਜ ਨੂੰ ਫੇਰ ਦਿੱਤਾ ਗੁਰ ਗੱਦੀ ਤੇ ਬਿਠਾ ਫੇਰ ਦਿੱਤਾ ਗੁਰ ਗੱਦੀ ਤੇ ਬਿਠਾ ਫੇਰ ਦਿੱਤਾ ਗੁਰ ਗੱਦੀ ਤੇ ਬਿਠਾ ਮੱਥਾ ਚਰਨਾਂ ਦੇ ਫੇਰਿਓ ਸਿੱਠੇਕਿਆ ਮੱਥਾ ਚਰਨਾਂ ਦੇ ਫੇਰਿਓ ਸਿੱਠੇਕਿਆ ਬੇਟਾ 500 ਮੋਹਰ ਜੜਾ ਬੇਟਾ 500 ਮਿਹਰ ਜੜਾ ਤੋਹਫੇ ਹੋਰ ਸੀ ਲਿਆਂਦੇ ਪਰਦੇਸ ਤੋਂ ਤੋਹਫੇ ਹੋਰ ਸੀ ਜੋ ਲਿਆਂਦੇ ਪਰਦੇਸ ਤੋਂ ਸਭ ਦਿੱਤੇ ਨੇ ਹਜ਼ੂਰੀ ਚ ਟਿਕਾ ਸਭ ਦਿੱਤੇ ਨੇ ਹਜ਼ੂਰੀ ਚ ਟਿਕਾ ਹੋਈਆਂ ਸੁਣ ਸੁਣ ਸੰਗਤਾਂ ਇਕੱਠੀਆਂ ਹੋਈਆਂ ਸੁਣ ਸੁਣ ਸੰਗਤਾਂ ਇਕੱਠੀਆਂ ਤੇਰਾ ਲਿਆ ਮਹਾਰਾਜ ਨੂੰ ਪਾ ਤੇਰਾ ਲਿਆ ਮਹਾਰਾਜ ਨੂੰ ਪਾ ਯਥਾ ਸ਼ਕਤ ਚੜਾਵਾ ਰੱਖ ਸਾਹਮਣੇ ਯਥਾ ਸ਼ਕਤ ਚੜਾਵਾ ਰੱਖ ਸਾਹਮਣੇ ਰੇਹਾ ਹਰੀ ਇੱਕ ਸੀਸ ਝੁਕਾ ਰੇਹਾ ਹਰੀ ਇੱਕ ਸੀਸ ਝੁਕਾ ਟਿੱਕਾ ਲਾ ਕੇ ਗੁਰ ਗੱਦੀ ਦਾ ਹਜੂਰ ਨੂੰ ਟਿੱਕਾ ਲਾ ਕੇ ਗੁਰ ਗੱਦੀ ਦਾ ਹਜੂਰ ਨੂੰ ਫੇਰ ਦਿੱਤਾ ਪਰ ਸ਼ਾਦ ਵਰਤਾ ਫੇਰ ਦਿੱਤਾ ਪਰ ਸ਼ਾਦ ਵਰਤਾ ਫੇਰ ਦਿੱਤਾ ਪਰ ਸ਼ਾਦ ਵਰਤਾ ਸਟੇਜ ਵੱਲੋਂ ਸਮਾਂ ਦਿੱਤਾ ਹੋਇਆ ਜਿਹੜਾ ਸਮਾਪਤ ਹੈ ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਪਿਆਰ ਨਾਲ ਸਤਿਕਾਰਯੋਗ ਸਾਡੇ ਬਾਬਾ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਜਿਨ੍ਹਾਂ ਦੇ ਉਪਰਾਲੇ ਨਾਲ ਇਹ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਆਪ ਸੰਗਤਾਂ ਦੇ ਸੰਯੋਗ ਨਾਲ ਇਹ ਸਮਾਗਮ ਜਿਹੜੇ ਹੋ ਰਹੇ ਨੇ ਮੈਂ ਆਪ ਜੀ ਦਾ ਔਰ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨਿਮਾਣੇ ਦੇ ਜਥੇ ਨੂੰ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਾਏ ਨੇ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਂਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਕਰਕੇ ਹੋਵਾਂਗੇ ਸੰਗਤ ਬਖਸ਼ਣ ਯੋਗ ਹੈ ਗੁਰੂ ਸਾਹਿਬ ਬਖਸ਼ਣ ਯੋਗ ਨੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕੋਟਨ ਕੋਟ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले